ਵਾਹਿਗੁਰੂ ਜੀ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸਾ ਸਿਧ, ਨਵ ਨਿਧ ਕਰ ਤਲ ਤਾਕੇ। ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਰਹਾਉ। ਨਾਨਾ ਖਿਆਨ ਪੁਰਾਨ ਵੇਦ ਬਿਦ, 34 ਅੱਖਰ ਮਾਹੀ। ਵਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਸਹਿਜ ਸਮਾਧ ਉਪਾਦ ਰਹਿਤ ਫੁਨ, ਬੜੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਪੈ ਭਾਗੀ। ਸਹਿਜ ਸਮਾਧ ਉਪਾਦ ਰਹਿਤ ਫੁਨ, ਬੜੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਹਰ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਪੈ ਭਾਗੀ। ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਬਾਲੀਏ ਕੁਲ ਆਲਮ, ਦੋ ਜਹਾਨਾਂ ਦੇ ਵਾਲੀ, ਅੰਮ੍ਰਿਤ ਕੇ ਮਜਸਮੇ ਸੱਚ ਦੇ ਉਪਦੇਸ਼ਕ, ਸਰਬ ਸਾਂਝੀਵਾਲਤਾ ਦਾ ਸਿਧਾਂਤ ਦੇਣ ਵਾਲੇ ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਮਹਾਰਾਜ ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋ ਵਡਭਾਗੇ ਹੋ। ਗੁਰ ਹਜ਼ੂਰੀ ਵਿੱਚ ਨੇਮ ਅਨੁਸਾਰ ਸੰਧਿਆ ਦੀ ਦੀਵਾਨ ਦੀ ਹਾਜ਼ਰੀ ਭਰ ਕਰਕੇ ਆਪ ਸਮੁੱਚੀਆਂ ਸੰਗਤਾਂ ਗੁਰੂ ਸਵਾਰਿਆਂ ਪਾਸੋਂ ਸਾਹਿਬ ਦੀ ਉਸਤਤ ਵਡਿਆਈ ਦੇ ਵਿੱਚ ਗੁਰੂ ਕੀ ਕੀਰਤੀ ਕੀਰਤਨ ਦੇ ਰਾਹੀਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪਏ ਕਰ ਰਹੀ ਸੀ। ਆਓ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਜਿੱਥੇ ਸਾਹਿਬ ਦੀ ਉਸਤਤ ਵਡਿਆਈ ਆਪ ਸਭ ਕੀਰਤਨ ਦੇ ਰਾਹੀਂ ਕਰ ਰਹੇ ਸੀ। ਸਮਾਂ ਹੋਇਆ ਹੈ ਪਾਵਨ ਅਸਥਾਨ ਦੇ ਉੱਪਰ ਚੱਲ ਰਹੀ ਲੜੀਵਾਰ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਦੀ ਵਿਚਾਰ ਦਾ। ਪਿਛਲੇ ਦਿਨੀ ਭਗਤ ਜੀ ਦੇ ਵਿਚਾਰ ਰਹੇ ਸ਼ਬਦਾਂ ਦੇ ਵਿੱਚੋਂ ਸੋਰਠ ਰਾਗ ਦੇ ਵਿੱਚ ਜੋ ਮੁਬਾਰਕ ਸ਼ਬਦ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਇਹਨਾਂ ਰੱਬੀ ਬਚਨਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕੀਤੀ। ਇਸ ਤੋਂ ਅਗਲੇਰਾ ਸ਼ਬਦ ਰਾਗ ਸੋਰਠ ਦੇ ਵਿੱਚ ਭਗਤ ਜੀ ਦਾ ਜੋ ਪਾਵਨ ਅੰਗ 658 ਦੇ ਉੱਪਰ ਸਵਾਈਮਾਨ ਹੈ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਵਸ ਜਾਕੈ। ਚਾਰ ਪਦਾਰਥ ਅਸ਼ਟ ਦਸਾ ਸਿਧ, ਨਵ ਨਿਧ ਕਰ ਤਲ ਤਾਕੇ। ਆਓ ਇਹਨਾਂ ਮੁਬਾਰਕ ਬਚਨਾਂ ਨੂੰ ਜਿੱਥੇ ਹੁਣੇ ਆਪ ਜੀ ਨੇ ਸਰਵਣ ਕੀਤਾ, ਇਹਨਾਂ ਦੀ ਵਿਚਾਰ ਨਾਲ ਜੁੜੀਏ। ਪਾਵਨ ਗੁਰਬਚਨ
ਵਿਚਾਰਨ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਗੁਰ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਬਖਸ਼ੋ ਅਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਭਗਤ ਜੀ ਦਾ ਸ਼ਬਦ ਹੈ, ਇਹਦੇ ਨਾਲ ਦਾ ਹੀ ਇੱਕ ਸ਼ਬਦ ਜਿਹੜਾ ਹੈ ਸਾਨੂੰ ਰਾਗ ਮਾਰੂ ਦੇ ਵਿੱਚ ਵੀ ਭਗਤ ਜੀ ਦਾ ਹੀ ਉਚਾਰਨ ਕੀਤਾ, ਦੁਬਾਰਾ ਜਿਹੜਾ ਹੈ ਉੱਥੇ ਵੀ ਇਹ ਰਿਪੀਟ ਹੋਇਆ ਸ਼ਬਦ ਪ੍ਰਾਪਤ ਹੁੰਦਾ। ਕੁਝ ਬਚਨਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਭਿੰਨਤਾ ਹੈ, ਬਾਕੀ ਉਸ ਸ਼ਬਦ ਦੇ ਵੀ ਅਰਥ ਇੱਕੋ ਹੀ ਹਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਦੋਂ ਪੜ੍ਹੀਏ ਸਾਨੂੰ ਕਈ ਵਾਰ ਐਸੇ ਸ਼ਬਦ ਜਿਹੜੇ ਨੇ ਦੋ ਵਾਰ, ਤਿੰਨ ਵਾਰ ਵੀ ਆਏ ਮਿਲਦੇ ਆ। ਇਸੇ ਤਰ੍ਹਾਂ ਹੀ ਇਹ ਸ਼ਬਦ ਵੀ ਜਿਹੜਾ 2 ਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਵਾ। ਹੁਣ ਇਸ ਮੁਬਾਰਕ ਸ਼ਬਦ ਦੇ ਵਿੱਚ ਇੱਕ ਜ਼ਿਕਰ ਸਾਹਿਬ ਨੇ ਕੀਤਾ, ਰਹਾਉ ਵਾਲਾ ਮੁਬਾਰਕ ਪਦਾ ਜਿਹੜਾ ਵਾ ਸਾਹਿਬ ਨੇ ਗੱਲ ਕੀਤੀ, ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਹੁਣ ਸਭ ਤੋਂ ਉੱਤਮ ਜਿਹੜਾ ਵਾ ਨਾ ਇਨਸਾਨ ਨੂੰ ਜੀਵਨ ਦੇ ਵਿੱਚ ਰੱਬੀ ਸਿਫਤ ਸਲਾਹ ਕਰਨ ਦੇ ਲਈ ਇਸ ਸੰਸਾਰ ਦੇ ਵਿੱਚ ਗੁਰੂ ਕੇ ਵਚਨ ਕਹਿੰਦੇ ਆ ਵੀ ਸੱਜਣਾ ਉਹਦੀ ਇਬਾਦਤ ਤੇ ਉਹਦੀ ਸਿਫਤ ਸਲਾਹ ਕਰ। ਤੇ ਸਿਫਤ ਸਲਾਹ ਕਰਨ ਦੇ ਲਈ ਸਾਹਿਬ ਨੇ ਕਿਹਾ ਆਪਣੀ ਰਸਨਾ ਤੋਂ ਨਾ ਉਸ ਪਰਮੇਸ਼ਰ ਦੇ ਨਾਮ ਨੂੰ ਜਪ। ਇੱਕ ਜ਼ਿਕਰ ਗੁਰੂ ਕੇ ਬਚਨਾਂ ਵਿੱਚ ਇੱਥੋਂ ਤੱਕ ਗੁਰੂ ਕੇ ਬਚਨ ਕਹਿ ਦਿੰਦੇ ਆ ਵੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਮਾਲਕ ਨੇ ਕਿਹਾ ਇਹ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ ਹੈ ਜੇ ਇਹ ਰੱਬੀ ਨਾਮ ਨੂੰ ਜਪਦੀ ਨਹੀਂ ਆ। ਤੇ ਇਸੇ ਤਰ੍ਹਾਂ ਭਗਤ ਜੀ ਜ਼ਿਕਰ ਕਰ ਰਹੇ ਨੇ ਵੀ ਆਹ ਰਸਨਾ ਜਿਹੜੀ ਹੈ ਇਹਦੇ ਤੋਂ ਇਨਸਾਨ ਸੰਸਾਰ ਦੇ ਵਿੱਚ ਆ ਕੇ ਹੋਰ ਬੇਅੰਤ ਕਾਰਜ ਇਹਦੇ ਰਾਹੀਂ ਕਰ ਰਿਹਾ, ਪਰ ਜਦੋਂ ਰੱਬੀ ਨਾਮ ਨੂੰ ਜਪਣ ਦਾ ਜ਼ਿਕਰ ਆਉਂਦਾ ਤੇ ਉਸ ਵਕਤ ਇਹ ਜਿਹੜਾ ਹੈ ਲਾਹੇ ਕੋ ਤੂੰ ਢੀਲਾ ਢੀਲਾ ਟੁੱਟੈ ਵੇਗ ਧਾਇਆ, ਇਹ ਇੱਦਾਂ ਦਾ ਇਹ ਰਸਨਾ ਦੇ ਨਾਲ ਹਰੀ ਨਾਮ ਨੂੰ ਜਪਦਾ ਨਹੀਂ ਆ। ਇਸ ਰਸਨਾ ਦੇ ਨਾਲ ਹਰੀ ਦੇ ਨਾਮ ਨੂੰ ਜਪ ਨਹੀਂ ਰਿਹਾ। ਤੇ ਭਗਤ ਜੀ ਇੱਥੇ ਕਹਿ ਰਹੇ ਨੇ ਹਰ 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 ਨਾ ਜਪੈ ਰਸਨਾ। ਇਹ ਇਨਸਾਨ ਹਰੀ ਦੇ ਨਾਮ ਨੂੰ ਜਪ ਨਹੀਂ ਰਿਹਾ। ਹੁਣ ਹਰੀ ਦਾ ਨਾਮ ਜਪਣਾ ਇੱਕ ਇਬਾਦਤ ਹੈ, ਬੰਦਗੀ ਹੈ, ਉਹਦੀ ਸਿਫਤ ਸਲਾਹ ਕਰ। ਜਦੋਂ ਰਸਨਾ ਦੀ ਗੱਲ ਗੁਰੂ ਕੇ ਬਚਨਾਂ ਨੇ ਕੀਤੀ ਨਾ ਤੇ ਸਾਹਿਬ ਨੇ ਇਹ ਜ਼ਿਕਰ ਕੀਤਾ, ਮਾਲਕ ਨੇ ਕਿਹਾ ਨਾ ਵੀ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜੇਉ, ਸਗਲੇ ਦੁਖ ਪਲਾਇਨ। ਸਜਣਾ ਇਹਨਾਂ ਜੋ ਤੇਰੀ ਰਸਨਾ ਨਾ ਇਹਦੇ ਨਾਲ ਹਰੀ ਦੇ ਗੁਣ ਗਾ। ਸਾਹਿਬ ਕੇ ਸ਼ਾਂਤੀ ਸਹਿਜ ਤੇਰੇ ਜੀਵਨ ਚ ਆਵੇਗਾ, ਸਗਲੇ ਦੁੱਖ ਪਲਾਇਨ ਦੁੱਖਾਂ ਦੀ ਆਮਦ ਸਾਹਿਬ ਨੇ ਕਿਹਾ, ਔਰ ਉਹਨਾਂ ਦੇ ਵਿੱਚ ਤੂੰ ਡੋਲੇਗਾ ਨਹੀਂ ਜਦੋਂ ਰੱਬੀ ਨਾਮ ਇਹ ਰਸਨਾ ਦੇ ਨਾਲ ਗਾਏਗਾ। ਸਾਹਿਬ ਆਖਦੇ ਆ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਈ। ਪਰ ਇਹ ਰਸਨਾ ਦੀ ਜ਼ਿੰਮੇਵਾਰੀ ਇਹ ਹੈ ਵੀ ਰੱਬੀ ਨਾਮ ਨੂੰ ਜਪ। ਪਰ ਇਹ ਕਿਹੜੇ ਆਰੇ ਲੱਗੀ ਹੋਈ ਹੈ? ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਆ ਵੀ ਇਹਨੂੰ ਤਾਂ ਅਨੇਕਾਂ ਰਸ ਲੱਗੇ ਹੋਏ ਆ। ਇਹ ਅਨੇਕਾਂ ਰਸਾਂ ਦੇ ਵਿੱਚ ਗੁਲਤਾਨ ਹੋ ਕੇ ਆਪਣੀ ਅਸਲ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਖੁੰਝ ਚੁੱਕੀ ਹੈ। ਰਸਨਾ ਦੀ ਹੁਣ ਜ਼ਿੰਮੇਵਾਰੀ ਕੀ ਹੈ? ਮਾਲਕ ਕਹਿੰਦੇ ਆ ਨਾ ਰਸਨਾ ਗੁਣ ਗੋਪਾਲ ਨਿਧ ਗਾਇਨ, ਰੱਬੀ ਗੁਣਾਂ ਨੂੰ ਗਾ, ਇਹ ਤੇਰੀ ਜ਼ਿੰਮੇਵਾਰੀ ਹੈ। ਇਸ ਜੇਬਾ ਦੇ ਰਾਹੀਂ ਗੁਰੂ ਨਿਤ ਕਹਿ ਰਿਹਾ ਗਾਵੋ ਸੱਚੀ ਬਾਣੀ। ਬਾਣੀ ਨੂੰ ਗਾ ਸੱਜਣਾ ਜਿਹੜੀ ਸੱਚੀ ਹੈ, ਧੁਰਕੀ ਬਾਣੀ ਹੈ, ਜਿਹਨੂੰ ਗਾਉਣ ਦੇ ਨਾਲ, ਜਿਹਨੂੰ ਪੜ੍ਹਨ ਦੇ ਨਾਲ, ਜਿਹਨੂੰ ਸਮਝਣ ਦੇ ਨਾਲ, ਜਿਹਨੂੰ ਕਮਾਉਣ ਦੇ ਨਾਲ ਮਾਲਕ ਨੇ ਕਿਹਾ ਤੇਰਾ ਜੀਵਨ ਨਿਹਾਲ ਹੋ ਜਾਵੇਗਾ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਹੋਤ ਨਿਹਾਲ। ਤੇ ਭਗਤ ਜੀ ਕਹਿ ਰਹੇ ਨੇ ਇਨਸਾਨ ਨਾ ਆਪਣੇ ਜੀਵਨ ਦੇ ਵਿੱਚ ਹਰੀ ਨਾਮ ਨੂੰ ਆਪਣੀ ਰਸਨਾ ਤੋਂ ਜਪਦਾ ਨਹੀਂ ਹੈ। ਤੇ ਮਾਲਕ ਕਹਿੰਦੇ ਆ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਹੋਰ ਵਿਅਰਥ ਦੇ ਕਰਮ ਇਨਸਾਨ ਪਿਆ ਕਰ ਰਿਹਾ। ਤੇ ਇਹ ਜ਼ਿਕਰ ਵੀ ਹੈ ਰਸਨਾ ਜਿਹੜੀ ਹੈ
ਇਹ ਬੇਅੰਤ ਚਸਕਿਆਂ ਦੇ ਵਿੱਚ ਪੈ ਕੇ ਗੁਲਤਾਨ ਡੁੱਬ ਚੁੱਕੀ ਹੈ। ਬੇਅੰਤ ਰਸਾਂ ਵਿੱਚ ਪੈ ਕੇ ਰਸ ਸੋਈ ਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾ। ਉਹ ਸਾਹਿਬ ਨੇ ਜ਼ਿਕਰ ਕੀਤਾ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਥੇ ਰਸ ਡੀਰ ਕੇ ਕਹਿ ਘਟ ਨਾਮ ਨਿਵਾਸ। ਸੱਜਣਾ ਨਾਮ ਦਾ ਵਾਸਾ ਕਿੱਥੇ ਹੈ? ਤੇ ਅੱਜ ਭਗਤ ਜੀ ਕਹਿ ਰਹੇ ਨੇ ਹਰ 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 ਨਾ ਜਪੈ ਰਸਨਾ। ਹਰੀ ਦੇ ਨਾਮ ਨੂੰ ਜਪਦੀ ਨਹੀਂ ਹੈ। ਤੇ ਅਗਲੇਰੀ ਗੱਲ ਸਾਹਿਬ ਨੇ ਕੀ ਆਖੀ, ਅਵਰ ਸਭ ਤਿਆਗ ਬਚਨ ਰਚਨਾ। ਸਜਣਾ ਉਹਨਾਂ ਬਾਕਾਂ ਨੂੰ, ਉਹਨਾਂ ਬਚਨਾਂ ਨੂੰ ਛੱਡ ਦੇ ਜਿਨ੍ਹਾਂ ਦਾ ਕੋਈ ਤੇਰੇ ਕਹਿਣ ਸੁਣਨ ਨਾਲ ਕੋਈ ਲਾਭ ਹੀ ਨਹੀਂ ਆ। ਸਾਹਿਬ ਕਹਿੰਦੇ ਨੇ ਵੀ ਉਹ ਛੱਡ ਦੇ। ਜਿਵੇਂ ਸਾਹਿਬ ਆਖਦੇ ਨੇ ਨਾ, ਮਾਲਕ ਨੇ ਕਿਹਾ ਵੀ ਹੈ, ਮੁਬਾਰਕ ਸ਼ਬਦ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਉੱਥੇ ਜ਼ਿਕਰ ਹੈ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਕੋਈ ਸੋਏ। ਸਾਹਿਬ ਨੇ ਕਿਹਾ ਸੱਜਣਾ ਤੇਰਾ ਬਹੁਤਾ ਬੋਲਿਆ ਵੀ ਪ੍ਰਵਾਨ ਨਹੀਂ ਹੈ, ਬੋਲ ਵੀ ਹਿਸਾਬ ਨਾਲ, ਪਰ ਇਹ ਵੀ ਨਹੀਂ ਕਿ ਤੂੰ ਚੁੱਪ ਕਰਕੇ ਹੀ ਬੈਠ ਜਾ। ਸਾਹਿਬ ਕਹਿ ਰਹੇ ਨੇ ਉਹ ਬਚਨ ਤਿਆਗ ਦੇ ਜਿਹੜੇ ਤੈਨੂੰ ਹਰੀ ਦੀ ਯਾਦ ਭੁਲਾ ਰਹੇ ਨੇ, ਉਹਨਾਂ ਨੂੰ ਤਿਆਗ ਦੇ, ਉਹਨਾਂ ਨੂੰ ਛੱਡ ਦੇ। ਅਵਰ ਸਭ ਤਿਆਗ ਬਚਨ ਰਚਨਾ। ਉਹ ਉਹਨਾਂ ਬਾਕਾਂ ਨੂੰ, ਉਹਨਾਂ ਬਚਨਾਂ ਨੂੰ ਤਿਆਗ ਜਿਹੜੇ ਤੈਨੂੰ ਇਬਾਦਤ ਤੋਂ ਦੂਰ ਲੈ ਕੇ ਜਾ ਰਹੇ ਨੇ। ਤੇ ਸਾਹਿਬ ਨੇ ਜਦੋਂ ਬੋਲਣ ਦੀ ਗੱਲ ਕੀਤੀ, ਭਗਤ ਜੀ ਜ਼ਿਕਰ ਕਰਦੇ ਹੈ ਨਾ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀਐ। ਰੱਬੀ ਗੁਨਾਹ ਨਾਲ ਭਰਿਆ ਹਿਰਦਾ ਇਨਸਾਨ ਮਿਲੇ, ਉੱਥੇ ਸਾਹਿਬ ਨੇ ਕਿਹਾ ਚੰਦ ਕੁ ਮਿੰਟ ਗੱਲਾਂ ਕਰੀ, ਵਿਚਾਰ ਕਰੀ। ਪਰ ਜੇ ਔਗਣਾ ਨਾਲ ਭਰਿਆ ਇਨਸਾਨ ਸੱਜਣਾ ਤੈਨੂੰ ਮਿਲ ਰਿਹਾ ਨਾ, ਉੱਥੇ ਚੁੱਪ ਕਰ ਜਾਈ। ਮੂਰਖ ਸਿਉ ਬੋਲੇ, ਸਾਹਿਬ ਨੇ ਕਿਹਾ ਉਦੋਂ ਚੁੱਪ ਕਰ ਜਾ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਉਹ ਬੋਲ ਜਿਹਦੇ ਨਾਲ ਰਮੇ ਹੋਏ ਨਾਲ ਤੂੰ ਇੱਕ ਹੋ ਜਾਵੇਂ, ਉਹਦਾ ਹੀ ਰੂਪ ਬਣ ਜਾਵੇਂ, ਇੱਦਾਂ ਦਾ ਕੁਛ ਬੋਲ। ਤੇ ਜਿਹੜੇ ਚੁੱਪ ਰਹਿਣ ਵਾਲੇ ਨੇ ਉਹਨਾਂ ਦੇ ਬਾਬਤ ਫਿਰ ਮਾਲਕ ਨੇ ਇਹ ਵੀ ਕਿਹਾ, ਜਬ ਲੱਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਸਾਹਿਬ ਨੇ ਕਿਹਾ ਕੁਝ ਕਹਿ ਕੁਝ ਸੁਣ। ਹੁਣ ਇੱਥੇ ਇੱਕ ਗੱਲ ਭਗਤ ਜੀ ਨੇ ਇਹ ਕਹੀ ਵੀ ਹਰੀ ਦੇ ਨਾਮ ਨੂੰ ਬੰਦਾ ਜਪਦਾ ਨਹੀਂ ਹੈ, ਤੇ ਦੂਜੀ ਗੱਲ ਇਹ ਕਹੀ ਵੀ ਉਹ ਕਰਮ ਤਿਆਗ, ਉਹਨਾਂ ਕੰਮਾਂ ਨੂੰ ਛੱਡ ਦੇ ਜਿਨ੍ਹਾਂ ਕੰਮਾਂ ਦਾ ਕੋਈ ਲਾਭ ਹੀ ਨਹੀਂ ਹੈ। ਅਵਰ ਸਭ ਤਿਆਗ, ਮਾਲਕ ਨੇ ਕਿਹਾ ਉਹਨਾਂ ਨੂੰ ਤਿਆਗ ਦੇ, ਉਹਨਾਂ ਨੂੰ ਛੱਡ ਦੇ। ਅਵਰ ਸਭ ਵਿਚਾਰ, ਅਵਰ ਸਭ ਤਿਆਗ ਬਚਨ ਰਚਨਾ। ਉਹਨਾਂ ਬਚਨਾਂ ਨੂੰ, ਉਹਨਾਂ ਵਾਕਾਂ ਨੂੰ ਤਿਆਗ ਦੇ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੈ। ਹੁਣ ਉਹਨਾਂ ਬਚਨਾਂ ਦੇ ਵਿੱਚੋਂ ਇਨਸਾਨ ਆਪਣੇ ਜੀਵਨ ਦੇ ਵਿੱਚ ਨਾ ਇੱਕ ਜਿਹੜੀ ਹੈ ਇਹ ਪਰਤ ਬਣਾ ਕੇ ਬੈਠਾ ਵੀ ਮੈਨੂੰ ਕਿਸੇ ਕੋਲੋਂ ਕੁਝ ਪ੍ਰਾਪਤ ਹੁੰਦਾ ਵਾ, ਕੋਈ ਐਸੀ ਸੱਤਾ ਜਿਹੜੀ ਮੈਨੂੰ ਕੁਝ ਦਿੰਦੀ ਹੈ, ਕੋਈ ਐਸੀ ਸੱਤਾ ਜਿਹੜੀ ਮੇਰੇ ਤੋਂ ਕੁਝ ਖੋਹ ਲੈਂਦੀ ਹੈ, ਕੁਝ ਐਸੀ ਸੱਤਾ ਜਿਹੜੀ ਮੈਨੂੰ ਜਨਮ ਦਿੰਦੀ ਹੈ। ਤੇ ਇਨਸਾਨ ਜਦੋਂ ਜਨਮ ਮਰਨ ਤੇ ਰਿਜ਼ਕ ਦੀ ਗੱਲ ਕਰ ਰਿਹਾ ਵਾ, ਕਿਸੇ ਸਮੇਂ ਇਹ ਇਨਸਾਨ ਇਹ ਗੱਲ ਕਹਿ ਰਿਹਾ ਵੀ ਇਹ ਤਿੰਨ ਵੱਖੋ ਵੱਖਰੇ ਨੇ, ਸਿਰਜਣਹਾਰ, ਪਾਲਣਹਾਰ, ਰਿਜ਼ਕ ਦਾਤਾ, ਇਹ ਵੱਖਰੇ ਵੱਖਰੇ ਨੇ। ਇਹ ਸਾਡੇ ਬਾਕਾਂ, ਸਾਡੇ ਬਚਨਾਂ ਦੇ ਵਿੱਚ ਹੈ। ਮਾਲਕ ਨੇ ਕਿਹਾ ਸੱਜਣਾ ਇਹਨੂੰ ਛੱਡ, ਇੱਕੋ ਹੀ ਸਿਰਜਣਹਾਰ, ਇੱਕੋ ਹੀ ਪਾਲਣਹਾਰ ਔਰ ਇੱਕੋ ਹੀ ਰਿਜ਼ਕ ਦਾਤਾ ਵਾ ਜਿਹੜਾ ਤੈਨੂੰ ਪਾਲ ਰਿਹਾ ਵਾ। ਪਰ ਮਨ ਦੇ ਵਿੱਚ ਇਹ ਵਾਕ, ਇਹ ਵਚਨ ਚੱਲ ਰਹੇ ਨੇ ਕਿ ਇਹ ਵੱਖਰੇ ਵੱਖਰੇ ਨੇ। ਭਗਤ ਜੀ ਇਸੇ ਵਿਚਾਰ ਨੂੰ ਹੀ ਸਾਡੇ ਅੱਜ ਅੱਗੇ ਰੱਖਣਗੇ ਅਗਲੇਰੀਆਂ ਮੁਬਾਰਕ ਪੰਕਤੀਆਂ ਦੇ ਵਿੱਚ। ਅਗਲੇਰੀਆਂ ਮੁਬਾਰਕ ਬਚਨ ਪੰਕਤੀਆਂ ਦੇ ਵਿੱਚ ਭਗਤ ਜੀ ਸਾਨੂੰ ਉਦਾਹਰਨਾਂ ਦੇ ਕੇ ਸਮਝਾਉਣਗੇ, ਸੱਜਣਾ ਇੱਕੋ ਹੀ ਆ ਜਿਹੜਾ ਤੈਨੂੰ ਰਿਜ਼ਕ, ਤੈਨੂੰ ਪਾਲ ਤੇ ਤੈਨੂੰ ਸਿਰਜ ਕੇ ਸੰਸਾਰ ਵਿੱਚ ਜਿਹਨੇ ਭੇਜਿਆ ਵਾ। ਪਰ ਇਹ ਸਾਡੇ ਬਚਨਾਂ ਦੇ ਵਿੱਚ ਹੈ ਕਿ ਵੱਖੋ ਵੱਖਰੇ ਨੇ, ਇਹ ਇੱਕ ਨਹੀਂ, ਇਹ ਅਲੱਗ ਅਲੱਗ ਨੇ। ਹੁਣ ਭਗਤ ਜੀ ਨੇ ਇੱਕ ਇਹ ਗੱਲ ਕਹੀ ਵੀ ਹਰੀ ਦੇ ਨਾਮ ਨੂੰ ਜਪ, ਇਹ ਇਬਾਦਤ ਹੈ, ਇਹ ਬੰਦਗੀ ਹੈ, ਉਹਦੀ ਸਿਫਤ ਸਲਾਹ ਦੇ ਵਿੱਚ ਲੱਗ। ਤੇ ਉਹ ਬਚਨਾਂ ਨੂੰ, ਉਹ ਵਾਕਾਂ ਨੂੰ ਤਿਆਗ ਦੇ ਜਿਨ੍ਹਾਂ ਵਾਕਾਂ ਨੂੰ ਬੋਲਣ ਦੇ ਨਾਲ ਤੈਨੂੰ ਰੱਬ ਦੀ ਯਾਦ ਭੁੱਲੇ, ਉਹਦੀ ਯਾਦ ਭੁੱਲੇ। ਹੁਣ ਯਾਦ ਕਰਨ ਤੋਂ ਭਾਵ ਕੀ ਹੁੰਦਾ ਜੀ? ਕੋਈ ਦੁਨਿਆਵੀ ਰਿਸ਼ਤੇਦਾਰ ਦੁਨਿਆਵੀ ਤੌਰ 'ਤੇ ਇਹ ਕਹਿ ਦੇਵੇ ਵੀ ਤੁਸੀਂ ਸਾਨੂੰ ਯਾਦ ਹੀ ਨਹੀਂ ਕਰਦੇ, ਉਹਦੇ ਕਹਿਣ ਤੋਂ ਮੁਰਾਦ ਇਹ ਹੁੰਦਾ ਵਾ
ਵੀ ਜੇ ਤਾਂ ਮਿਲਦੇ ਜੁਲਦੇ ਰਹੀਏ ਤਾਂ ਇਹ ਭਾਵ ਇਹ ਹੈ ਵੀ ਹਾਂ ਵੀ ਇਹਨੂੰ ਅਸੀਂ ਯਾਦ ਹਾਂ, ਪਰ ਜੇ ਮਿਲਣਾ ਜੁਲਣਾ ਵੀ ਬੰਦ ਹੋ ਜਾਵੇ, ਗੱਲ ਕਰਨੀ ਵੀ ਬੰਦ ਹੋ ਜਾਵੇ, ਤੇ ਅਕਸਰ ਇਨਸਾਨ ਕਹਿ ਦਿੰਦਾ ਵੀ ਤੂੰ ਤਾਂ ਮੈਨੂੰ ਭੁੱਲ ਹੀ ਗਿਆ। ਇਸੇ ਤਰ੍ਹਾਂ ਸਾਹਿਬ ਨੇ ਕਿਹਾ ਸੱਜਣਾ, ਉਹ ਹਰੀ ਪਰਮੇਸ਼ਰ ਆ ਜਿਹਨੂੰ ਤੂੰ ਭੁੱਲੀ ਬੈਠਾ ਵਾ, ਉਹਨੂੰ ਸਦਾ ਚੇਤੇ ਕਰ, ਉਹਨੂੰ ਸਦਾ ਯਾਦ ਕਰ। ਜਿਹਨੇ ਬੇਅੰਤ ਦੇ ਦਾਤਾਂ ਦੇ ਕੇ ਤੈਨੂੰ ਨਿਵਾਜਿਆ, ਉਹਨੂੰ ਨਿਤ ਚੇਤੇ ਕਰ, ਉਹਨੂੰ ਯਾਦ ਕਰ। ਪਰ ਇਨਸਾਨ ਦੀ ਫਿਤਰਤ ਤਾਂ ਐਸੀ ਹੈ ਨਾ, ਸ਼ਿਕਵੇ ਇਹਦੇ ਜੀਵਨ ਦੇ ਵਿੱਚ ਹੈ। ਤੇ ਜਦੋਂ ਗੁਰੂ ਦੇ ਦਰ ਤੇ ਖਲੋ ਕੇ ਮੰਗਦਾ ਤੇ ਇਹ ਕਹਿੰਦਾ ਮੈਨੂੰ ਤਾਂ ਇਹ ਰੱਬ ਨੇ ਦਿੱਤਾ ਹੀ ਨਹੀਂ ਹੈ। ਸਾਡੀ ਉਹਦੇ ਅੱਗੇ ਜਿਹੜਾ ਕੋਈ ਸ਼ਿਕਵਾ ਨਹੀਂ ਜੇ ਚੱਲਦਾ, ਉਹਦੇ ਅੱਗੇ ਸਾਡਾ ਕੋਈ ਉਲਾਮਾ ਨਹੀਂ ਜੇ ਚੱਲਦਾ, ਪਰ ਇਨਸਾਨ ਦਿੰਦਾ ਵਾ। ਤੇ ਸਾਹਿਬ ਨੇ ਕਿਹਾ ਸੱਜਣਾ, ਉਸ ਪਰਮੇਸ਼ਰ ਨੂੰ ਸਦਾ ਚੇਤੇ ਰੱਖ, ਐਸੇ ਵਾਕ ਐਸੇ ਬਚਨ ਤਿਆਗ ਦੇ ਜਿਨ੍ਹਾਂ ਨੂੰ ਬੋਲਣ ਦੇ ਨਾਲ ਮਨ ਵਿੱਚ ਲੈ ਕੇ ਆਉਣ ਦੇ ਨਾਲ ਰੱਬ ਦੀ ਯਾਦ ਭੁੱਲੇ। ਹੁਣ ਜਿੱਥੇ ਉਹ ਸਿਰਜਣਹਾਰ ਹੈ, ਪ੍ਰਤਪਾਲਕ ਹੈ, ਸੰਸਾਰ ਦੇ ਵਿੱਚ ਵੱਖ-ਵੱਖ ਧਾਰਨਾਵਾਂ ਜਿਹੜੀਆਂ ਉਹ ਬਣਾ ਲਈਆਂ ਗਈਆਂ ਵੀ ਇਸ ਚੀਜ਼ ਦੀ ਪੂਜਾ ਕੀਤਿਆਂ ਤੁਹਾਨੂੰ ਆਹ ਚੀਜ਼ ਦੀ ਪ੍ਰਾਪਤੀ ਹੋਵੇਗੀ। ਵੱਖੋ ਵੱਖਰੀਆਂ ਧਾਰਨਾਵਾਂ ਬਣਾ ਲਈਆਂ। ਸਵਰਗ ਦੀ ਗੱਲ ਕਰਦੇ ਨੇ ਸੰਸਾਰੀ ਉਹ ਗ੍ਰੰਥ, ਨਰਕ ਦੀ ਗੱਲ ਕਰ ਰਹੇ ਨੇ ਮਿੱਥ ਦੇ ਉਹ ਗ੍ਰੰਥ। ਤੇ ਅੱਜ ਦੇ ਸ਼ਬਦ ਵਿੱਚ ਭਗਤ ਜੀ ਆਰੰਭਤਾ ਵਿੱਚ ਜ਼ਿਕਰ ਕਰ ਰਹੇ ਨੇ, ਉਹਨਾਂ ਜ਼ਿਕਰ ਕੀਤਾ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ। ਭਗਤ ਜੀ ਨੇ ਸਭ ਤੋਂ ਪਹਿਲੀ ਗੱਲ ਕੀਤੀ ਸੁਖ ਸਾਗਰ। ਇਹ ਕਿਹਾ ਗਿਆ ਪਰਮੇਸ਼ਰ ਦੇ ਪ੍ਰਥਾਈ। ਸਾਗਰ ਦੇ ਵਿੱਚ ਬੜਾ ਕੁਝ ਹੁੰਦਾ ਵਾ, ਸਾਗਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਗਰ ਦੇ ਵਿੱਚ ਕੀਮਤੀ ਹੀਰੇ ਜਵਾਹਰਤ ਮਾਨਿਕ ਹੁੰਦੇ ਤੇ ਸਾਗਰ ਵਿੱਚ ਬੇਅੰਤ ਕੁਝ ਹੈ। ਤੇ ਮਾਲਕ ਭਗਤ ਜੀ ਕਹਿ ਰਹੇ ਨੇ ਉਹ ਪਰਮੇਸ਼ਰ ਸਾਗਰ ਦਾ ਰੂਪ ਤੇ ਸੁੱਖਾਂ ਦਾ ਘਰ ਹੈ। ਸੁੱਖ ਸਾਗਰ ਹੈ ਉਹ, ਤੇ ਇਸ ਸਾਗਰ ਦੇ ਵਿੱਚੋਂ ਬੇਅੰਤ ਸਾਨੂੰ ਸੁੱਖ ਪ੍ਰਾਪਤ ਹੁੰਦੇ ਆ। ਜਿਵੇਂ ਗੁਰਬਾਣੀ ਵਿੱਚ ਇਹ ਗੱਲ ਕਹੀ ਗਈ ਹੈ ਨਾ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਜਾਂ ਸਭ ਜੀ ਮਾਲਕ ਨੇ ਕਿਹਾ ਨਾ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਜਾਂ ਸਾਹਿਬ ਆਖਦੇ ਨੇ ਸਰਬ ਸੁੱਖਾਂ ਕਾ ਦਾਤਾ ਠਾਕੁਰ। ਸਾਹਿਬ ਨੇ ਬੇਅੰਤ ਜਗ੍ਹਾ ਦੇ ਉੱਪਰ ਸੁੱਖਾਂ ਦਾ ਦਾਤਾ ਉਹ ਪਰਮੇਸ਼ਰ ਨੂੰ ਕਿਹਾ, ਸੁਖ ਸਾਗਰ ਕਿਹਾ। ਤੇ ਇੱਥੇ ਭਗਤ ਜੀ ਕਹਿ ਰਹੇ ਨੇ ਸੁਖ ਸਾਗਰ ਉਹ ਪਰਮੇਸ਼ਰ ਹੈ। ਤੇ ਅਗਲੇਰਾ ਜ਼ਿਕਰ ਹੈ ਸੁਰ ਤਰ। ਸੁਰ ਤਰ ਇਹ ਸਵਰਗ ਦਾ ਇੱਕ ਦਰਖਤ, ਉਹਨੂੰ ਕਿਹਾ ਗਿਆ। ਸੁਰ ਭਾਵ ਦੇਵਤਾ, ਤਰ ਭਾਵ ਦਰਖਤ। ਸਵਰਗ ਦੇ ਕੁਝ ਦਰਖਤ ਨੇ, ਉਹਨਾਂ ਦੇ ਵਿੱਚੋਂ ਇੱਕ ਦਰਖਤ ਦਾ ਨਾਮ ਆਉਂਦਾ ਹੈ ਪਾਰਜਾਤ। ਗੁਰਬਾਣੀ ਦੇ ਵਿੱਚ ਪਾਰਜਾਤ ਦਰਖਤ ਦਾ ਵਾਰ-ਵਾਰ ਜ਼ਿਕਰ ਆਇਆ। ਸਾਹਿਬ ਨੇ ਇਹ ਨਹੀਂ ਕਿਹਾ, ਇਹਨੂੰ ਕੰਡੈਮ ਨਹੀਂ ਕੀਤਾ, ਇਹ ਨਹੀਂ ਕਿਹਾ ਇਹਨੂੰ ਨਾ ਮੰਨ, ਪਰ ਇਹ ਮਾਲਕ ਨੇ ਕਿਹਾ ਵੀ ਸੱਜਣਾ ਇਹ ਜੇ ਕਵੇਂ ਵੀ ਇਹੀ ਸਾਰਾ ਕੁਝ ਦੇ ਸਕਦਾ, ਇੱਥੇ ਤੂੰ ਗਲਤ ਹੈ। ਹੁਣ ਇੱਕ ਜ਼ਿਕਰ ਆਉਂਦਾ ਦਰਖਤ ਦਾ ਪਾਰਜਾਤ ਦਾ, 5 ਦਰਖਤਾਂ ਦਾ ਜ਼ਿਕਰ ਆਉਂਦਾ, ਉਹਨਾਂ ਵਿੱਚੋਂ ਇੱਕ ਪਾਰਜਾਤ ਦਰਖਤ ਹੈ। ਤੇ ਇਨਸਾਨ ਨੂੰ ਇਹ ਗੱਲ ਜਿਹੜੀ ਹੈ ਆਖੀ ਗਈ ਹੈ ਵੀ ਇਹਦੇ ਥੱਲੇ ਇਹਦੀ ਛਾਂ ਵਿੱਚ ਦੇਵਤੇ ਬਹਿੰਦੇ ਆ, ਤੇ ਇਹਦੀ ਛਾਂ ਦੇ ਵਿੱਚ ਬੈਠਿਆਂ ਸੁੱਖਾਂ ਦੀ ਪ੍ਰਾਪਤੀ ਹੈ। ਸੁੱਖਾਂ ਦੀ ਪ੍ਰਾਪਤੀ ਹੈ। ਇਹਦੀ ਛਾਂ ਦਾ ਆਨੰਦ ਮਾਣਿਆ ਬੇਅੰਤ ਸੁੱਖ ਮਿਲਦੇ ਨੇ, ਬੇਅੰਤ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ। ਇਹਦੇ ਨਾਲ ਇਹ ਗੱਲ ਜਿਹੜੀ ਹੈ ਇਹ ਜੋੜੀ ਗਈ ਹੈ। ਪਾਰਜਾਤ ਦਰਖਤ ਜਿਹੜਾ, ਇਹਦੇ ਨਾਲ ਇਹ ਧਾਰਨਾ ਲਾਈ ਗਈ, ਜੋੜੀ ਗਈ। ਤੇ ਦੂਜੀ ਗੱਲ ਫਿਰ ਭਗਤ ਜੀ ਨੇ ਕੀਤੀ ਸੁਖ ਸਾਗਰ ਸੁਰ ਤਰ ਚਿੰਤਾ ਮਨ। ਚਿੰਤਾ ਮਨ ਇੱਕ ਮਨੀ ਦਾ ਨਾਮ ਹੈ। ਤੇ ਇਹ ਜਿਹੜਾ ਹੈ ਇਹਨੂੰ ਇਹ ਜਿਹਨੂੰ ਪ੍ਰਾਪਤ ਹੋ ਜਾਵੇ, ਇਹਦੀ ਜਿਹੜੇ ਪੂਜਾ ਕਰਦੇ ਨੇ, ਮਾਲਕ ਨੇ ਕਿਹਾ ਇਹ ਚਿੰਤਾ ਮਨ ਐਸੀ ਮਨੀ ਹੈ ਜਿਹੜੀਆਂ ਤੇਰੀ ਹਰ ਤਰ੍ਹਾਂ ਦੀ ਜਿਹੜੀ ਚਿੰਤਾ ਨੂੰ ਖਤਮ ਕਰ ਦਿੰਦੀ ਹੈ। ਇਹਦੇ ਨਾਲ ਇਹ ਧਾਰਨਾ, ਇਹ ਮਿੱਥ ਜੋੜੀ ਗਈ ਹੈ। ਸਾਨੂੰ ਮਿੱਥ ਦੇ ਮਿਥਿਹਾਸਿਕ ਗ੍ਰੰਥਾਂ ਵਿੱਚੋਂ, ਉਹਨਾਂ ਵੇਦਾਂ ਵਿੱਚੋਂ ਸਾਨੂੰ ਇਹ ਨੁਕਤੇ ਪੜ੍ਹਨ ਸੁਣਨ ਨੂੰ ਮਿਲਦੇ ਹੈ। ਉਹਨਾਂ ਦੀਆਂ ਗਾਥਾਵਾਂ ਦੇ ਵਿੱਚੋਂ ਪ੍ਰਾਪਤੀ ਹੁੰਦੀ ਹੈ। ਭਗਤ ਜੀ ਕਾਂਛੀ ਦੀ ਧਰਤੀ 'ਤੇ ਰਹਿਣ ਵਾਲੇ ਨੇ, ਤੇ ਉੱਥੋਂ ਦਾ ਮਾਹੌਲ ਔਰਾ ਹੀ ਇਸ ਤਰ੍ਹਾਂ ਦਾ। ਉੱਥੇ ਇਹਨਾਂ ਪੁਰਾਣਾਂ ਦੀਆਂ, ਵੇਦਾਂ ਦੀਆਂ, ਗ੍ਰੰਥਾਂ ਦੀਆਂ ਜਿਹੜੀਆਂ ਗੱਲਾਂ ਬਾਕਾਂ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ ਗਿਆ ਵਾ, ਸੁਣਾਇਆ ਜਾਂਦਾ ਵਾ ਉਸ ਔਰੇ ਦੇ ਵਿੱਚ, ਉਸ ਦਾਇਰੇ ਦੇ ਵਿੱਚ। ਪਹਿਲੀ ਗੱਲ ਕੀਤੀ ਪਾਰਜਾਤ ਦਰਖਤ, ਇਹ ਇੱਛਾਵਾਂ ਨੂੰ ਪੂਰੀਆਂ ਕਰਦਾ। ਚਿੰਤਾਮਨ ਮਨੀ ਜਿਹੜੀ ਆ
ਇਹ ਚਿੰਤਾਵਾਂ ਨੂੰ ਦੂਰ ਕਰਦੀ ਹੈ, ਬੰਦੇ ਦੀ ਚਿੰਤਾ ਦੂਰ ਹੋ ਜਾਂਦੀ ਹੈ ਜਿਹੜਾ ਇਹਦੀ ਸੇਵਾ ਇਹਦੀ ਪੂਜਾ ਕਰਦਾ ਇਹ ਜਿਹਦੇ ਕੋਲੇ ਆ ਜਾਵੇ। ਤੀਜੀ ਗੱਲ ਭਗਤ ਜੀ ਨੇ ਕੀਤੀ, ਕਾਮਧੇਨ। ਕਾਮਧੇਨ ਇੱਕ ਸਵਰਗ ਦੀ ਗਾਂ ਨੂੰ ਕਿਹਾ ਜਾਂਦਾ ਵਾ। ਕਾਮਧੇਨ ਉਹਦੀ ਪੂਜਾ ਕੀਤਿਆਂ, ਉਹਦੀ ਪਾਲਣਾ ਕੀਤਿਆਂ ਮਨ ਔਰ ਮਨੁੱਖ ਇਹ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ। ਇਹਦੇ ਨਾਲ ਇਹ ਜੁੜਿਆ ਗਿਆ ਵੀ ਜਿਹੜੇ ਇਹਦੀ ਪੂਜਾ ਕਰਦੇ ਨੇ, ਇਹਦੀ ਰਾਖੀ ਕਰਦੇ, ਇਹਦੀ ਸੇਵਾ ਕਰਦੇ ਆ, ਉਹਨਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਨੇ। ਹੁਣ ਇਨਸਾਨ ਤਾਂ ਚਾਹੇਗਾ ਨਾ ਮੈਨੂੰ ਕੋਈ ਪਾਰਜਾਤ ਦਰਖਤ ਮਿਲੇ ਜਿਹਦੇ ਹੇਠਾਂ ਬੈਠਿਆਂ ਜਿਹਦੀ ਛਾਂ ਦਾ ਆਨੰਦ ਮਾਣਿਆ ਮੇਰੇ ਜੀਵਨ 'ਚ ਸਾਰੇ ਸੁੱਖ ਆ ਜਾਣ। ਹਰ ਇਨਸਾਨ ਇਹ ਚਾਹੇਗਾ ਵੀ ਐਸਾ ਕੋਈ ਦਰਖਤ ਹੋਵੇ ਜਿਹਦੇ ਥੱਲੇ ਮੈਂ ਜਾਵਾਂ ਤੇ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ, ਅੰਬਾਰ ਲੱਗ ਜਾਣ ਮੇਰੇ ਮਨ, ਬੰਦਾ ਤਾਂ ਸੌਵੇਂ ਹੀ ਨਾ, ਕਿਉਂਕਿ ਹਰ ਇਨਸਾਨ ਚਾਹੁੰਦਾ ਵਾ ਨਾ ਵੀ ਮੈਨੂੰ ਸੁੱਖ ਮਿਲਣ, ਮੇਰੀ ਜ਼ਿੰਦਗੀ, ਮੇਰਾ ਪਰਿਵਾਰ ਸੁਖੀ ਹੋਵੇ। ਤੇ ਦੂਜੀ ਗੱਲ ਚਿੰਤਾ ਮਨ ਦੀ ਕੀਤੀ, ਚਿੰਤਾ ਮਨੀ, ਤੇ ਬੰਦਾ ਜੇ ਇਹਦੇ ਹੱਥ ਚਿੰਤਾ ਮਨੀ ਲੱਗ ਗਈ ਤੇ ਫਿਰ ਤਾਂ ਚਿੰਤਾ ਹੀ ਕੋਈ ਨਹੀਂ ਜੇ ਰਹਿਣੀ। ਤੀਜੀ ਗੱਲ ਕੀਤੀ ਹੈ ਚਿੰਤਾਮਨ ਕਾਮਧੇਨ। ਕਾਮਧੇਨ ਗਾਂ ਦੀ ਇੰਨੀ ਸੋਹਣੇ ਢੰਗ ਨਾਲ ਬੰਦਾ ਜਿਹੜੀ ਹੈ ਸੇਵਾ ਕਰੇਗਾ, ਇਹਨੂੰ ਤਾਂ ਛੇਤੀ ਮਰਨ ਹੀ ਨਹੀਂ ਦੇਵੇਗਾ ਕਹਿ ਲਈਏ। ਇਹਦੀ ਸੇਵਾ ਬੜੀ ਬਾਕਮਾਲ ਕਰੇਗਾ, ਇਹਦੀ ਸਾਂਭ ਸੰਭਾਲ ਕਰੇਗਾ, ਸੌਵੇਗਾ ਨਹੀਂ, ਕਦੇ ਕੁਛ ਮੰਗੇਗਾ ਕਦੇ ਕੁਝ ਮੰਗੇਗਾ ਇਹਦੇ ਤੋਂ, ਕਿਉਂਕਿ ਇਨਸਾਨ ਦੀ ਫਿਤਰਤ ਹੈ, ਇਹਦਾ ਸੁਭਾਅ ਆ ਵੀ ਇਹ ਸੁੱਖ ਭਾਲਦਾ ਵਾ, ਇਹ ਲੋੜਦਾ ਮੈਨੂੰ ਸੁੱਖ ਮਿਲਣ। ਹੁਣ ਬਾਬਾ ਰਵਿਦਾਸ ਜੀ ਕਹਿ ਰਹੇ ਨੇ ਸੁੱਖ ਸਾਗਰ ਪਰਮੇਸ਼ਰ ਹੈ। ਕਾਮਧੇਨ ਪਹਿਲੀ ਗੱਲ ਕੀਤੀ, ਸੁਰਤਰ ਚਿੰਤਾਮਨ ਕਾਮਧੇਨ, ਇਹ ਤਿੰਨ ਨੇ ਜਿਨ੍ਹਾਂ ਤੋਂ ਬੰਦੇ ਦੀਆਂ ਹਰ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ। ਪਰ ਭਗਤ ਜੀ ਨੇ ਜ਼ਿਕਰ ਕੀਤਾ ਸੁਰਤਰ ਚਿੰਤਾਮਨ ਕਾਮਧੇਨ ਵਸ ਜਾ ਕੇ ਰੇ। ਇਹ ਕਿਹਦੇ ਵੱਸ 'ਚ ਨੇ ਜੀ ਤਿੰਨੇ? ਇਹ ਸਾਰੇ ਦੇ ਸਾਰੇ ਉਸ ਪਰਮੇਸ਼ਰ ਦੇ ਹੀ ਸਾਜੇ ਹੋਏ ਨੇ, ਉਹਦੀ ਅਧੀਨਗੀ ਦੇ ਨਾਲ ਹੀ ਇਹ ਚੱਲਦੇ ਨੇ, ਇਹ ਉਹਦੇ ਅਧੀਨ ਹੈ। ਜੇ ਤੂੰ ਕਾਮਧੇਨ ਗਾਂ ਦੀ ਪੂਜਾ ਕਰ ਰਿਹਾ, ਇਹਨੂੰ ਹੀ ਉੱਤਮ ਨਾ ਮੰਨ, ਇਹਦੇ ਤੋਂ ਵੀ ਉੱਪਰ ਇੱਕ ਸੱਤਾ ਐਸੀ ਹੈ ਜਿਹੜੀ ਤੈਨੂੰ ਪਾਲ, ਜਿਹੜੀ ਤੈਨੂੰ ਰਿਜ਼ਕ ਤੇ ਜਿਹੜੀ ਤੈਨੂੰ ਦਾਤਾਂ ਦੇ ਰਹੀ ਹੈ। ਹੁਣ ਇੱਥੇ ਜ਼ਿਕਰ ਹੈ ਸੁਰਤਰ ਚਿੰਤਾ ਮਨ ਕਾਮਧੇਨ ਵਸ ਜਾ ਕੇ ਦੀ, ਇਹ ਸਾਰੇ ਤਿੰਨੇ ਦੇ ਤਿੰਨੇ ਉਸ ਪਰਮੇਸ਼ਰ ਦੇ ਵਸ ਦੇ ਵਿੱਚ ਹੈ। ਤੇ ਸਾਹਿਬ ਵੀ ਜ਼ਿਕਰ ਕਰਦੇ ਹੈ ਪੰਚਮ ਗੁਰਦੇਵ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮਾਲਕ ਨੇ ਕਿਹਾ ਹਰੀ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ, ਕਾਮਧੇਨ ਵਸ ਜਾ ਕੇ ਰੇ। ਜਿੱਥੇ ਗੱਲ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮਧੇਨਾ, ਜਿਹਦੇ ਵਸ ਵਿੱਚ ਕਾਮਧੇਨ ਗਾਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੀ ਹੈ। ਤੇ ਮਾਲਕ ਨੇ ਕਿਹਾ ਇਸ ਕਰਕੇ ਸਜਣਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਤੂੰ ਹਰੀ ਨਾਲ ਜੁੜ, ਹਰੀ ਦੀ ਇਬਾਦਤ ਉਹਦੀ ਸਿਫਤ ਸਲਾਹ ਕਰ, ਤੇਰੇ ਜੀਵਨ ਵਿੱਚ ਦਾਤਾਂ ਦਾ ਸੁੱਖਾਂ ਦਾ ਕੋਈ ਘਾਟਾ ਹੀ ਨਹੀਂ ਜੇ ਰਹੇਗਾ। ਅਗਲੇਰੀ ਗੱਲ ਭਗਤ ਜੀ ਨੇ ਕੀਤੀ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵ ਨਿਧ ਕਰ ਤਲ ਤਾਕੇ। ਮਾਲਕ ਨੇ ਕਿਹਾ ਚਾਰ ਪਦਾਰਥ ਧਰਮ ਕਾਮ ਮੋਖ, ਜਿਹੜੇ ਚਾਰ ਪਦਾਰਥ ਨੇ ਸਾਹਿਬ ਨੇ ਕਿਹਾ ਚਾਰ ਪਦਾਰਥ ਅਸ਼ਟ ਦਸਾ ਸਿੱਧ, 18 ਪਦਾਰਥ ਜਿਹੜੇ ਚਾਰ ਪਦਾਰਥ ਨੇ 18 ਦੀ ਗੱਲ ਕੀਤੀ ਗਈ ਹੈ। ਨਾਲ ਕਿਹਾ ਅਸ਼ਟ ਦਸਾ ਸਿੱਧ ਨਵ ਨਿਧ, 9 ਨਿਧੀਆਂ ਕਰ ਤਲ ਤਾਕੇ। ਇਹ ਤਿੰਨ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਉਹਦੀ ਹੱਥ ਦੀ ਤਲੀ ਦੇ ਉੱਪਰ ਹੈ ਪਰਮੇਸ਼ਰ ਦੀ, ਇਸ ਕਰਕੇ ਉਹਦੀ ਸਿਫਤ ਸਲਾਹ ਕਰ, ਉਹਦੇ ਤੋਂ ਹੀ ਤੈਨੂੰ 9 ਨਿਧੀਆਂ ਜਿਹੜੀਆਂ ਨੇ ਕਹਿੰਦੇ ਆ ਨਾ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਸਾਹਿਬ ਨੇ ਕਿਹਾ ਤੇਰੀ ਹਰ ਇੱਛਾ ਨੂੰ ਗੁਰੂ ਪੂਰਿਆ ਕਰੇਗਾ, ਹਾਂ ਤੂੰ ਹਰੀ ਦੀ ਸਿਫਤ ਸਲਾਹ ਇਬਾਦਤ ਦੇ ਵਿੱਚ ਜੁੜ। ਅਗਲੇਰੇ ਮੁਬਾਰਕ ਪਦੇ ਵਿੱਚ ਫਿਰ ਭਗਤ ਜੀ ਨੇ ਕਿਹਾ ਨਾਨਾ ਖਿਆਨ ਪੁਰਾਨ ਵੇਦ ਵਿਦ, ਚੌਥੇ ਸੇ ਅੱਖਰ ਮਾਹੀ। ਮਾਲਕ ਨੇ ਕਿਹਾ ਨਾਨਾ ਖਿਆਨ, ਨਾਨਾ ਤੋਂ ਭਾਵ ਹੈ ਵੀ ਕਈ ਪ੍ਰਕਾਰ ਦੇ ਖਿਆਨ ਭਾਵ ਖਿਆਲ ਜਿਹੜੇ ਨੇ ਉਹ ਗ੍ਰੰਥਾਂ ਤੇ ਵੇਦਾਂ ਦੇ ਵਿੱਚੋਂ ਸਾਨੂੰ ਮਿਲਦੇ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ, ਵੇਦਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਨੇ ਨਾ ਸਾਨੂੰ ਖਿਆਲ ਪ੍ਰਾਪਤ ਹੁੰਦੇ ਨੇ, ਵਾਕ ਪੜ੍ਹਨ ਨੂੰ ਮਿਲਦੇ ਆ।
ਤੇ ਇਹ ਤੋਂ ਜੋੜਿਆ ਗਿਆ ਉਹਨਾਂ ਨਾਲ ਵੀ ਇਹਨਾਂ ਨੂੰ ਪੜ੍ਹ ਕੇ ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਹੁਣ ਇੱਕ ਮੰਤਰ ਐਸਾ ਪੜ੍ਹ ਦਿੱਤਾ ਗਿਆ ਤੇ ਬੰਦਾ ਕਵੇ ਵੀ ਆਹ ਮੰਤਰ ਪੜ੍ਹ ਤੇਰੇ ਸਾਰੇ ਪਾਪ ਨਾਸ਼ ਹੋ ਜਾਣਗੇ। ਜੇ ਹੁਣ ਬਾਬਰ ਵਰਗੇ ਕਹਿਣ ਵੀ ਤੇ ਆਹ ਗ੍ਰੰਥ ਜਿਹੜਾ ਮੰਤਰ ਹੈ ਬਾਬਰ ਵਰਗਿਆਂ ਨੂੰ ਕਹਿ ਦਿੱਤਾ ਜਾਵੇ ਤੂੰ ਪੜ੍ਹ ਲੈ ਤੇਰੇ ਪਾਪ ਹਰਨ ਹੋ ਜਾਣਗੇ, ਉਹਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ। ਤੇ ਇਹ ਤਾਂ ਫਿਰ ਸੱਚਾ ਨਿਆਂ ਨਾ ਹੋਇਆ ਨਾ ਸੱਚੇ ਦੇ ਘਰ ਦਾ, ਵੀ ਉਹਨੇ ਕਈਆਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਤੇ ਉਹਨੇ ਇੱਕ ਮੰਤਰ ਪੜ੍ਹਿਆ ਉਹਦੇ ਕੀਤੇ ਗੁਨਾਹ ਮਾਫ ਹੋ ਗਏ। ਇਵੇਂ ਨਹੀਂ ਹੋਵੇਗਾ। ਇਸ ਘਰ ਦੇ ਵਿੱਚ ਕਰਮਾਂ ਦਾ ਹਿਸਾਬ ਕਿਤਾਬ ਹੈ। ਇਹ ਕਰ ਕਰੈ ਸੋ ਇਹ ਕਰ ਪਾਈ। ਸਾਹਿਬ ਨੇ ਕਿਹਾ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ। ਕਈ ਪ੍ਰਕਾਰ ਦੇ ਖਿਆਲ ਜਿਹੜੇ ਵੇਦਾਂ ਦੇ ਵਿੱਚ ਵਿਧੀਆਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ, ਪਰ ਸਾਹਿਬ ਜ਼ਿਕਰ ਕਰ ਰਹੇ ਨੇ ਵੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ। ਬਿਆਸ ਇੱਕ ਰਿਸ਼ੀ ਹੋਇਆ ਵਾ ਤੇ ਉਹਨੇ ਇਹ ਵਿਚਾਰ ਕੇ ਗੱਲ ਸਾਡੇ ਅੱਗੇ ਰੱਖੀ ਹੈ ਵੀ ਇਹ ਪਰਮਾਰਥ ਦੇ ਲਈ, ਇਹ ਪਰਮਾਰਥ ਦੇ ਰਾਹ 'ਤੇ ਇਨਸਾਨ ਨੂੰ ਸਫਲ ਨਹੀਂ ਕਰਾ ਸਕਦੇ। ਇਹ ਸਿਰਫ ਇੱਕ ਬਚਨ ਹੀ ਨੇ, ਇੱਕ ਵਾਕ ਹੀ ਨੇ, ਪਰ ਇਹ ਪਰਮਾਰਥ ਦੇ ਰਾਹ 'ਤੇ ਸਾਨੂੰ ਪ੍ਰਵਾਨ ਨਹੀਂ ਕਰਵਾ ਸਕਦੇ। ਤੇ ਇਹ ਜਿਹੜੇ ਬਚਨ ਤੇ ਇਹ ਜਿਹੜੇ ਵਿਲਾਸ ਵਾਕ ਨੇ ਨਾ, ਸਾਹਿਬ ਕਹਿ ਰਹੇ ਨੇ ਰਾਮ ਨਾਮ ਸਰ ਨਾਹੀ। ਇਹ ਉਸ ਰੱਬੀ ਰਾਮ ਦੇ ਨਾਮ ਦੇ ਤੁੱਲ ਨਹੀਂ ਨੇ, ਇਹ ਉਹਦੇ ਤੋਂ ਨੀਵੇਂ ਹੀ ਨੇ, ਉੱਚੇ ਨਹੀਂ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਦੀ ਗੱਲ ਹੈ। ਰੱਬੀ ਨਾਮ ਦੀ ਗੱਲ ਕੀਤੀ ਸਾਹਿਬ ਨੇ ਕਿ ਇਹ ਸਭ ਤੋਂ ਉੱਤਮ ਹੈ ਸੱਜਣਾ, ਇਹਦੇ ਤੋਂ ਉੱਤਮ ਕੁਝ ਵੀ ਨਹੀਂ ਹੈ। ਰਿਸ਼ੀ ਵਿਆਸ ਕਹਿ ਰਿਹਾ ਵਾ ਇਹ ਜਿਹੜੇ ਵਾਕ ਬਚਨ ਵਿਲਾਸ ਨੇ ਇਹ ਪਰਮਾਰਥ ਦੇ ਰਾਹ ਦੇ ਉੱਪਰ ਸਫਲ ਨਹੀਂ ਕਰਵਾ ਸਕਦੇ ਜਦੋਂ ਤੱਕ ਇਹਨਾਂ ਨੂੰ ਵਿਚਾਰ ਕੇ ਜੀਵਨ 'ਚ ਨਾ ਲੈ ਕੇ ਆਂਦਾ ਜਾਵੇ। ਹੁਣ ਇਕੱਲਾ ਵਾਕਾਂ ਨੂੰ ਪੜ੍ਹ ਲੈਣਾ ਤੇ ਉਹਨਾਂ ਦੇ ਉੱਪਰ ਅਮਲ ਨਾ ਕਰਨਾ, ਇਹ ਕਦੇ ਪ੍ਰਵਾਨਗੀ ਨਹੀਂ ਹੋ ਸਕਦੀ। ਹਾਂ, ਸਾਹਿਬ ਨੇ ਵੀ ਕਿਹਾ ਸੱਜਣਾ ਪੜ੍ਹ ਸੁਣ ਕਮਾ ਸਮਝ, ਜੀਵਨ 'ਚ ਲਾਗੂ ਕਰ, ਫਿਰ ਤੂੰ ਸਫਲ ਹੈ। ਜੇ ਇਕੱਲਾ ਪੜ੍ਹਨ ਤੱਕ ਸੀਮਤ ਰਹਿ ਗਿਆ, ਸਮਝਿਆ ਨਾ, ਫਿਰ ਲਾਭ ਨਹੀਂ ਹੈ। ਕਈ ਐਸੇ ਨੇ ਜਿਹੜੇ ਪੜ੍ਹਨ 'ਤੇ ਜ਼ੋਰ ਦੇ ਰਹੇ ਨੇ, ਕਈ ਐਸੇ ਨੇ ਜਿਹੜੇ ਸੁਣਨ 'ਤੇ ਜ਼ੋਰ ਦੇ ਰਹੇ ਨੇ, ਪੜ੍ਹਨ 'ਤੇ ਜ਼ੋਰ ਹੀ ਨਹੀਂ ਉਹਨਾਂ ਦਾ। ਮਾਲਕ ਨੇ ਕਿਹਾ ਪੜ੍ਹ ਸੁਣ ਤੇ ਕਮਾ, ਕਮਾਏਗਾ ਜੀਵਨ ਦੇ ਵਿੱਚ ਕਬੂਲ ਤੇ ਪ੍ਰਵਾਨਗੀ ਹੈ। ਭਗਤ ਜੀ ਇਹ ਕਹਿ ਰਹੇ ਨੇ, ਵਿਆਸ ਰਿਸ਼ੀ ਕਹਿੰਦਾ ਵਾ ਭਾਵਾਂ ਇਹ ਬੇਅੰਤ ਵਾਕ ਵਿਲਾਸ ਨੇ, ਪਰ ਇਹ ਰਾਮ ਨਾਮ ਦੇ ਤੁੱਲ ਬਰਾਬਰ ਨਹੀਂ, ਇਹ ਉਹਦੇ ਤੋਂ ਨੀਵੇਂ ਰੱਬੀ ਨਾਮ ਹੀ ਉੱਤਮ ਹੈ। ਅਖੀਰ ਵਿੱਚ ਭਗਤ ਜੀ ਨੇ ਫਿਰ ਜ਼ਿਕਰ ਕੀਤਾ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ। ਵੱਡਿਆਂ ਭਾਗਾਂ ਦੇ ਨਾਲ ਜਿਨ੍ਹਾਂ ਦੀ ਲਿਵ ਉਸ ਪਰਮੇਸ਼ਰ ਦੇ ਨਾਲ ਲੱਗੀ, ਮਾਲਕ ਨੇ ਕਿਹਾ ਉਹਨਾਂ ਦਾ ਜੀਵਨ ਸਹਿਜ ਵਿੱਚ ਆਇਆ। ਸਹਿਜ ਸਮਾਦ ਉਪਾਦ, ਉਹਨਾਂ ਦਾ ਜੀਵਨ ਸਹਿਜ ਵਿੱਚ ਆਇਆ, ਉਹਨਾਂ ਦਾ ਮਨ ਹੁਣ ਡੋਲਿਆ ਨਹੀਂ। ਉਹਨਾਂ ਦੀ ਲਿਵ ਜਦੋਂ ਉਸ ਸੱਚੇ ਦੇ ਨਾਲ ਲੱਗੀ ਨਾ, ਭਗਤ ਜੀ ਅਖੀਰ ਵਿੱਚ ਫਿਰ ਕਿਹਾ ਕਹਿ ਰਵਿਦਾਸ ਪ੍ਰਗਾਸ਼ ਹਿਰਦੈ ਹਰ ਜਨਮ ਮਰਨ ਭੈ ਭਾਗੀ। ਭਗਤ ਜੀ ਨੇ ਕਿਹਾ ਜਦੋਂ ਹੁਣ ਮਨ ਸਹਿਜ ਵਿੱਚ ਆ ਗਿਆ, ਰੱਬੀ ਨਾਮ ਜਪਿਆ, ਰੱਬੀ ਨਾਮ ਨੂੰ ਪ੍ਰਾਪਤ ਕੀਤਿਆਂ, ਜਦੋਂ ਲਿਵ ਉਸ ਸੱਚੇ ਨਾਮ ਦੇ ਨਾਲ ਲੱਗ ਗਈ ਨਾ, ਫਿਰ ਇਹ ਮਨ ਹੁਣ ਅਡੋਲ ਹੋ ਗਿਆ। ਇਹ ਹੁਣ ਡੋਲਦਾ ਨਹੀਂ, ਇਹ ਸਹਿਜ ਵਿੱਚ ਆ ਗਿਆ, ਇਹ ਟਿਕਾ ਵਿੱਚ ਆ ਗਿਆ, ਇਹ ਸ਼ਾਂਤ ਹੋ ਗਿਆ। ਤੇ ਜਦੋਂ ਮਨ ਸਹਿਜ ਸ਼ਾਂਤ ਟਿਕਾ ਦੇ ਵਿੱਚ ਆਇਆ, ਭਗਤ ਜੀ ਨੇ ਜ਼ਿਕਰ ਕੀਤਾ ਫਿਰ ਜਨਮ ਮਰਨ ਭੈ ਭਾਗੀ। ਸਾਰੇ ਜਨਮ ਦੇ ਜਿਹੜੇ ਭੈ ਨੇ, ਡਰ ਨੇ, ਜਦੋਂ ਮੇਰੀ ਲਿਵ ਉਸ ਸੱਚੇ ਨਾਲ ਲੱਗੀ, ਇਹ ਡਰ ਮੇਰੇ ਜੀਵਨ ਵਿੱਚੋਂ ਦੂਰ ਹੋ ਗਏ। ਮੈਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ ਹੈ। ਮੈਂ ਨਿਰਭਉ ਹੋ ਗਿਆ, ਕਾਰਨ ਮੈਂ ਉਸ ਨਿਰਭਉ ਨੂੰ ਚੇਤੇ ਕੀਤਾ ਜਿਹਨੂੰ ਕਿਸੇ ਦਾ ਭੈ, ਕਿਸੇ ਦਾ ਭਉ ਨਹੀਂ ਹੈ। ਤੇ ਮਾਲਕ ਨੇ ਕਿਹਾ ਸੱਜਣਾ ਜਦੋਂ ਤੇਰੀ ਲਿਵ ਸੱਚੇ ਨਾਲ ਲੱਗੀ, ਤੇ ਮਾਲਕ ਨੇ ਕਿਹਾ ਜਦੋਂ ਰੱਬੀ ਨਾਮ ਨੂੰ ਸਿਮਰਨ ਤੇ ਯਾਦ ਕਰਨ ਵਾਲਾ ਹੋਇਆ, ਤੇ ਮਾਲਕ ਨੇ ਕਿਹਾ ਸੱਜਣਾ ਤੇਰੀ ਜ਼ਿੰਦਗੀ ਦੇ ਸਾਰੇ ਭੈ ਡਰ ਨਾਸ ਹੋ ਜਾਣਗੇ। ਤੂੰ ਰੱਬੀ ਨਾਮ ਤੇ ਉਸ ਸੱਚੇ ਦੀ ਸਿਫਤ ਸਲਾਹ ਦੇ ਵਿੱਚ ਜੁੜ। ਤੈਨੂੰ ਜਿਹੜਾ ਹੈ ਨਾ ਪਾਰਜਾਤ ਦਰਖਤ, ਨਾ ਕਾਮ ਧੇਨ ਜਿਹੜੀ ਗਾਂ ਹੈ, ਨਾ ਚਿੰਤਾ ਮਨ, ਉਹ ਮਨੀ ਦੀ ਲੋੜ ਹੈ। ਤੂੰ ਸਿਰਫ ਤੇ ਸਿਰਫ ਇੱਕ ਦੀ ਇਬਾਦਤ ਵਿੱਚ ਲੱਗ। ਉਹ ਇੱਕ ਦੀ ਇਬਾਦਤ ਹੀ ਤੇਰੇ ਜੀਵਨ, ਤੇਰੇ ਮਨ
ਤੇਰੀ ਝੋਲੀ ਦੇ ਵਿੱਚ ਬੇਅੰਤ ਸੁੱਖ ਪਾ ਦੇਵੇਗੀ। ਹਾਂ, ਜੇ ਤੂੰ ਇੱਕ ਦੇ ਨਾਲ ਜੁੜ ਕੇ ਇੱਕ ਦੀ ਇਬਾਦਤ ਕੀਤੀ। ਤੈਨੂੰ ਲੋੜ ਨਹੀਂ ਹੈ ਇਹਨਾਂ ਦੀ ਪੂਜਾ ਕਰਨ ਦੀ, ਤੂੰ ਸਿਰਫ ਇੱਕ ਨਾਮ ਨੂੰ ਜਪ। ਤੇ ਮਾਲਕ ਕਹਿੰਦੇ ਵੀ ਆ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਜਿੱਦਣ ਇੱਕ ਨਾਮ ਨਾਲ ਜੀਵਨ 'ਚ ਸਾਂਝ ਪੈ ਗਈ, ਉਹਦੇ ਹੁਕਮ ਉਹਦੀ ਰਜ਼ਾ ਵਿੱਚ ਚੱਲਣ ਵਾਲੇ ਬਣ ਗਏ, ਤੇ ਸਾਹਿਬ ਨੇ ਕਿਹਾ ਸੱਜਣਾ ਤੇਰਾ ਜੀਵਨ ਸੁਖੀ ਸੁਖੇਲਾ ਆਨੰਦਮਈ ਹੋਵੇਗਾ। ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋਣਗੇ। ਗੁਰੂ ਕਿਰਪਾ ਕਰੇ। ਭਗਤ ਜੀ ਦੇ ਇਹਨਾਂ ਰੱਬੀ ਬਚਨਾਂ ਨੂੰ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ, ਅਖੀਰ ਬਖਸ਼ੋ ਅਸੀਸ, ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।